नमस्कार, लुधियाना खबरनामा वेखने वाले सारे दर्शकों का स्वागत है। मैं हाँ प्रविंदर। तमाम खबरों ते नजर पाउने शुरुआत करते हैं सुर्खियां दे नाल। ट्रांसपोर्ट टेंडर घोटाले ਨੂੰ ਲੈ ਕੇ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਦੀ ਪੇਸ਼ੀ। ਲੁਧਿਆਣਾ ਅਦਾਲਤ ਨੇ ਮੁੜ ਆਸ਼ੂ ਨੂੰ ਭੇਜਿਆ 2 ਦਿਨਾਂ ਰਿਮਾਂਡ ਤੇ। ਵਿਜੀਲੈਂਸ ਨੇ ਆਸ਼ੂ ਦੇ ਕਰੀਬੀਆਂ ਨੂੰ ਭੇਜਿਆ ਨੋਟਿਸ। ਮੇਰ ਬਲਕਾਰ ਸਿੰਘ ਸੰਧੂ ਵਿਜੀਲੈਂਸ ਅੱਗੇ ਹੋਏ ਪੇਸ਼। ਭਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸੀਆਂ ਦਾ ਧਰਨਾ ਜਾਰੀ। ਰਾਜਾ ਵੜਿੰਗ ਸਮੇਤ ਹੋਰ ਆਗੂ ਰਹੇ ਮੌਜੂਦ। ਮਾਨ ਸਰਕਾਰ ਤੇ ਲਾਏ ਸਿਆਸੀ ਬਦਲਾਖੋਰੀ ਦੇ ਇਲਜ਼ਾਮ। फर्जी चैक के राही कारोबारी ਨੂੰ ਚੂਨਾ ਲਗਾਉਣ ਵਾਲਾ ਸ਼ਾਤਰ ਮੁਲਜ਼ਮ ਕਾਬੂ। ਮਾਲ ਦਾ ਆਰਡਰ ਦੇ ਕੇ ਕਾਰੋਬਾਰੀ ਨਾਲ ਕਰਦਾ ਸੀ ਧੋਖਾਧੜੀ। ਲੁਧਿਆਣਾ ਕੇਂਦਰੀ ਜੇਲ੍ਹ ਪ੍ਰਸ਼ਾਸਨ ਤੇ ਉੱਠੇ ਸਵਾਲ। ਕੈਦੀ ਨੇ ਲਾਏ ਕੁੱਟਮਾਰ ਦੇ ਇਲਜ਼ਾਮ। ਸੱਟ ਲੱਗਣ ਦੇ 7 ਦਿਨ ਬਾਅਦ ਇਲਾਜ ਲਈ ਲਿਆਂਦਾ ਗਿਆ ਹਸਪਤਾਲ। ओलंपिक स्किन का कहर जारी। समरा के पिंड हीड़ियां दे विच 4 इनामी बलदा की हुई मौत। की गई अंतिम अरदास। सरकार तो ओलंपिक स्किन की रोकथाम लई मदद की अपील। रायकोट के रहायशी इलाके च मोबाइल टावर का विरोध। टावर करके सेहत ते पै रिहा बुरा असर। लोकां दे वल्लों टावर हटाउण दी कीती गई मंग। ਤੇ ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਥਿਤ ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਦੀ ਮੁੜ ਤੋਂ ਅਦਾਲਤ ਵਿੱਚ ਪੇਸ਼ੀ ਹੋਈ ਹੈ। ਵਿਜੀਲੈਂਸ ਦੇ ਵੱਲੋਂ ਲੁਧਿਆਣਾ ਅਦਾਲਤ ਦੇ ਵਿੱਚ ਭਰਤ ਭੂਸ਼ਣ ਆਸ਼ੂ ਨੂੰ ਪੇਸ਼ ਕੀਤਾ ਗਿਆ ਤੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਭਰਤ ਭੂਸ਼ਣ ਆਸ਼ੂ ਨੂੰ ਮੁੜ ਤੋਂ 2 ਦਿਨਾਂ ਰਿਮਾਂਡ ਤੇ ਭੇਜ ਦਿੱਤਾ ਹੈ। आज विजिलेंस ने 7 दिन का रिमांड मांगा था ऑन दी ग्राउंड कि उनकी प्रॉपर्टीज के बारे में मालूम करना है उन्होंने, और उसके लिए बहुत आर्ग्यूमेंट्स हुई हैं। आर्ग्यूमेंट्स के बाद 2 दिन का रिमांड जी। तो सर क्या लगता है क्या जांच में सामने आया, क्योंकि आप केस को डील कर रहे हैं, हैंडल कर रहे हैं? जांच में कुछ भी नहीं सामने आया। अभी तक उन्होंने ये बताया है कि विजिलेंस ने जो बताया कि उनका कज़न कोई ब्रदर है, शायद काला है नाम उसका, काले ने एक मोबाइल हैंड ओवर किया। वो मोबाइल को FSO में भेजेंगे, उसमें देखेंगे, जांच करेंगे क्या निकलता है क्या नहीं निकलता। इसके अलावा कुछ सामने नहीं है। 4 दिन के रिमांड में कोई चीज़ सामने नहीं। क्या लगता है क्या तथ्य सामने रखे गए हैं, क्योंकि विजिलेंस ने तथ्य तो बड़ा सिंपल है। वो कह रहे हैं प्रॉपर्टी के बारे में मालूम करना है, तो हमने उनको बताया कि जो प्रॉपर्टी है वो हमारे इंटरनेट पे पड़ी है। हमारे CA से डॉक्यूमेंट आप ले लो। CA ने जो मंडे को सारे डॉक्यूमेंट पहले दे भी दिया, उन्होंने दोबारा फिर मांगे हैं। जो इनकम टैक्स रिटर्न्स हैं, जो उनकी बैलेंस शीट्स है, वो सारी जितनी भी हैं वो हैंड ओवर कर दी हैं। कुछ और डॉक्यूमेंट CA से मंगाए हैं, वो कल परसों हैंड ओवर कलंक हैगा जी, ਤੁਹਾਨੂੰ ਵੀ ਪਤਾ ਹੈ। ਰੋਜ਼ ਹੀ ਕਹਿੰਦੇ ਆ ਵਾਰੀ ਕੀ ਧਰਾਉਣਾ ਹੁੰਦਾ ਕਿ ਇਹਨੂੰ ਕਲੰਕ ਤਾਂ ਹੈਗਾ ਹੀ ਹੈ। ਜੇ ਕਲੰਕ ਨਾ ਹੁੰਦਾ ਤਾਂ ਜੇ ਮੁਸ਼ਕਲਾਂ ਬੰਨ ਕੇ ਕਿਉਂ ਲੈ ਕੇ ਆਉਂਦਾ ਜਾਂਦਾ। ਇਹ ਕਲੰਕ ਹੀ ਹੈਗਾ ਸੀਗਾ। ਇਨਸਾਫ ਜਿਹੜਾ ਹੈਗਾ ਕੁਛ ਮਾੜਾ ਮੋਟਾ ਦਿਖਾਈ ਦਿੰਦਾ, ਪਰ ਫਿਰ ਵੀ ਸਾਡੇ ਵਰਗੇ ਲੋਕਾਂ ਨੂੰ ਜਿਨ੍ਹਾਂ ਦਾ ਰਾਈਟ ਬਣਦਾ ਸੀਗਾ ਬੀਕੇ ਬਿਜ਼ਨਸ ਅੰਦਰ ਭੇਜਣਾ, ਇਹਨਾਂ ਨੇ ਰੋਕ ਦਿੱਤਾ ਗਿਆ। ਕੋਈ ਗੱਲ ਨਹੀਂ, ਕੋਈ ਗਿਲਾ ਨਹੀਂ ਹੈਗਾ, ਐਡਾ ਵੱਡੀ ਗੱਲ ਨਹੀਂ ਹੈਗੀ। ਪਰ ਜਿਹੜਾ ਪ੍ਰੈਸ ਜਿਵੇਂ ਤੁਸੀਂ ਆਏ ਹੋ, ਹਰ ਇੱਕ ਦੀ ਬਾਤ ਜਿਹੜੀ ਹੈਗੀ ਹੈ ਸਾਹਮਣੇ ਉਹ ਆਉਣੀ ਚਾਹੀਦੀ ਹੈ। ਤੁਹਾਡੇ ਕੁਐਸਚਨ ਸੀ ਆਨਸਰ ਹੋਣੇ ਚਾਹੀਦੇ ਆ। ਅੱਜ ਉਹ ਵੱਡੇ ਜਿਹੜੇ ਬਦਮਾਸ਼ ਉੱਥੇ ਲਾ ਕੇ ਬੈਠੇ ਧਰਨਾ, ਇਹ ਤੋਂ ਬਾਅਦ ਉੱਥੇ ਚੱਲਦੇ ਆ। ਕਿਹੜੇ ਸਿੱਖ ਤੋਂ ਉੱਥੇ ਬੰਦੇ ਬੈਠੇ ਆ? ਕਿਉਂ ਸੁਣਿਆ ਅਸੀਂ ਤਾਂ ਰਾਜਾ ਵੜਿੰਗ ਦਾ ਨਾਮ ਸੁਣਦੇ, ਜਦੋਂ ਹਾਥੀ ਦਾ ਪੈਰ ਦੇ ਵਿੱਚ ਸਾਰਾ ਹੀ ਹੈ। ਜਦੋਂ ਇਹਨਾਂ ਦਾ ਪ੍ਰਧਾਨ ਆ ਗਿਆ, ਸਭ ਤੋਂ ਵੱਡਾ ਗੰਦ ਤੇ ਨਿੱਕੇ ਮੋਟੇ ਗੰਦ ਤਾਂ ਆਪੇ ਆਟੋਮੈਟਿਕ ਆ ਜਾਂਦੇ ਆ। ਅਸੀਂ ਉੱਥੇ ਜਾਵਾਂਗੇ ਜੀ। ਬਾਕੀ ਇਹਨੂੰ ਵੇਖਣਾ ਸੀ ਕਸਟਡੀ ਚ, ਇੱਕ ਥੋੜੀ ਜਿਹੀ ਰੂਹ ਨੂੰ ਤਾਂ ਹੁੰਦਾ ਹੀ ਨਾ, ਦੇਖ ਲਈਏ ਵੀ ਸੇਖੋ ਸਾਹਿਬ ਜਿਹਨੇ ਕਿਹਾ ਸੀਗਾ ਕਿ ਜਾਤੀ ਕਰਨ ਵਾਲਾ ਖੁਦ ਜਾਤੀ ਦਾ ਅੱਜ ਸ਼ਿਕਾਰ ਜਿਹੜਾ ਹੋਇਆ ਵੈ, ਉਹ ਪ੍ਰਮਾਤਮਾ ਦੀ ਜਾਤੀ ਦਾ ਸ਼ਿਕਾਰ ਹੋਇਆ ਹੋਇਆ। ਸਾਡੀ ਜਾਤੀ ਦਾ ਕੋਈ ਸ਼ਿਕਾਰ ਨਹੀਂ ਆਇਆ, ਕੁਦਰਤ ਦੇ ਇਨਸਾਫ ਦਾ ਸ਼ਿਕਾਰ ਹੋਇਆ ਹੋਇਆ। ਬਹੁਤ ਹੀ ਅੱਜ ਨੂੰ ਵੇਖ ਕੇ ਇਕੱਲੇ ਮੇਰੀ ਗੱਲ ਨਹੀਂ ਕਰਨੀ, ਸਾਰੀ ਦੁਨੀਆ ਜਿਹੜੀ ਹੈ ਇਸ ਚੀਜ਼ ਨੂੰ ਇਹਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦੀ ਸੀ। ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਪੁਲਿਸ ਕਿਸ ਤਰੀਕੇ ਨਾਲ ਇਹਦਾ ਜਿਹੜਾ ਅੱਗੇ ਪ੍ਰੋਸੀਡਿੰਗ ਚ ਕਿਵੇਂ ਲੈ ਕੇ ਆਉਂਦੀ ਹੈ। ਅਦਰਵਾਈਜ਼ ਇਹੋ ਜਿਹੇ ਬੰਦੇ ਜਿਹੜੇ ਹੈਗੇ ਲੰਬਾ ਸਮਾਂ ਜਿਹੜਾ ਹੈਗਾ ਜੇਲ੍ਹਾਂ ਵਿੱਚ ਰਹਿਣ ਦੇ ਵਾਸਤੇ ਡਿਜ਼ਰਵ ਕਰਦੇ ਆ। ਤੇ ਉਧਰ ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਸੂਬਾ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਹੈ ਕਿ ਸੂਬਾ ਸਰਕਾਰ ਬਦਲਾਖੋਰੀ ਦੀ ਸਿਆਸਤ ਕਰ ਰਹੀ ਹੈ ਅਤੇ ਉਹਨਾਂ ਕਿਹਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਏਗੀ
ਹੈ। ਉਧਰ ਦੂਜੇ ਪਾਸੇ ਸੁਖਪਾਲ ਖਹਿਰਾ ਦੇ ਬਿਆਨ ਤੇ ਵੀ ਰਾਜਾ ਵੜਿੰਗ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਬਿਨ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ। साहब सब तो पहला सवाल आया है कि सुखपाल सिंह खैरा जी ने कहा कि धरने लाने का कोई फायदा नहीं है, समा ना खराब किया जाए। ਉਹ ਗਾਣੇ 'ਚ ਲਿਖਿਆ ਬਿਨਾ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਘਟ ਜਾਂਦੀ ਹੈ। ਸੋ ਕੋਈ ਗੱਲ ਨਹੀਂ, ਉਹ ਉਹਨਾਂ ਦੀ ਗੱਲ ਹੈ, ਤੁਸੀਂ ਅਗਲੀ ਗੱਲ ਕਰੋ। ਸੁਨੀਲ ਜਾਖੜ ਦਾ ਜਿਸ ਤਰੀਕੇ ਦਾ ਬਿਆਨ ਹੈ, ਕਹਿੰਦੇ ਜੀ ਚੰਨੀ ਨੂੰ ਕੋਈ ਮੁੱਖ ਮੰਤਰੀ ਨਹੀਂ ਮੰਨਿਆ ਤੇ ਵੜਿੰਗ ਨੂੰ ਕੋਈ ਪ੍ਰਧਾਨ ਨਹੀਂ ਮੰਨਦਾ। ਕਿਉਂਕਿ ਮੈਂ ਕਿਹੜਾ ਕੋਈ ਪਰਿਵਾਰਵਾਦ ਪੋਲਿਟਿਕਸ 'ਚੋਂ ਹੈ, ਮੈਂ ਕਿਹੜਾ ਕੋਈ ਹੁਕਮਨਾਮੇ ਛੱਡਦਾ, ਮੈਂ ਤਾਂ ਆਮ ਵਰਕਰ ਸੀਗਾ, ਦਰੀਆਂ ਵਿਛਾ ਕੇ ਇੱਥੇ ਆਇਆ। ਉਹ ਏਡੇ ਏਡੇ ਸਰਦਾਰ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ। 3 ਵਾਰੀ ਸੁਨੀਲ ਜਾਖੜ ਪੰਜਾਬ ਦਾ ਐਡਾ ਵੱਡਾ ਲੀਡਰ, ਕੇਵਲ 3 ਵਾਰੀ ਜਿੱਤਿਆ, ਐਮਐਲਏ ਬਣੇ। ਬਲਰਾਮ ਜਾਖੜ ਜੀ ਦਾ ਪੁੱਤਰ ਤੇ ਰਾਜਾ ਵੜਿੰਗ ਵੀ 3 ਵਾਰੀ ਐਮਐਲਏ ਬਣੇ। ਸੋ ਨੈਚੁਰਲੀ ਇਹ ਗੱਲ ਵੱਡੇ ਵੱਡੇ ਲੀਡਰਾਂ ਨੂੰ ਹਜਮ ਕਿਵੇਂ ਆਵੇ ਕਿ ਇੱਕ ਦਰੀਆਂ ਵਿਛਾਉਣ ਵਾਲਾ ਮੁੰਡਾ ਬਲਾਕ ਪ੍ਰਧਾਨ ਤੋਂ ਉੱਠਿਆ, ਜਿਹੜਾ ਬਾਪ ਸਰਪੰਚ ਨਹੀਂ ਸੀਗਾ, ਉਹ 3 ਵਾਰੀ ਪੰਜਾਬ ਦਾ ਐਮਐਲਏ ਬਣ ਗਿਆ ਤੇ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ। ਮੈਂ ਕਾਂਗਰਸ ਕਰਕੇ, ਕਾਂਗਰਸ ਪਾਰਟੀ ਕਰਕੇ ਅੱਜ ਪ੍ਰਧਾਨ ਹੈ। ਜੋ ਵੀ ਕੁਛ ਹੈ ਉਹਨਾਂ ਕੋਲੋਂ ਪ੍ਰਧਾਨ ਜੀ ਜਦੋਂ ਖੁਸ਼ੀ ਉਹ ਕਾਂਗਰਸ ਲੋਕਾਂ ਨੂੰ ਛੱਡ ਕੇ ਚਲੇ ਗਏ। ਹਰ ਬੰਦੇ ਦੀ ਆਪਦੀ ਫਿਦਰਤ ਹੈ ਭਾਈ, ਕੋਈ ਨਹੀਂ ਮੰਨਦਾ, ਕਿਹੜਾ ਕੋਈ ਮਨਾਉਣ ਆਉਂਦਾ ਕਿਸੇ ਨੂੰ। ਮੈਂ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਕਿ ਮੈਨੂੰ ਮੰਨੋ ਹੀ ਭਾਈ, ਮੈਂ ਕਿਦੋਂ ਕਿਹਾ? ਮੇਰਾ ਤਾਂ ਹਜੇ ਤੱਕ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ। ਇਹ ਨਹੀਂ ਕਿਹਾ ਕਿ ਅਸੀਂ ਰਾਜੇ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦੇ। ਉਹ ਕਿਵੇਂ ਮੰਨਦੇ ਹੁੰਦੇ ਆ, ਮੈਨੂੰ ਉਹ ਦੱਸ ਦੇਣ ਵੀ ਉਹ ਕਿੱਦਾਂ ਮੰਨਦੇ ਹੁੰਦੇ ਆ, ਪ੍ਰਧਾਨ ਕਿੱਦਾਂ ਮੰਨਿਆ ਜਾਂਦਾ ਹੈ। ਉਹ ਇਹ ਦੱਸ ਦੇਣ ਵੀ ਫਲਾਂ ਬੰਦਾ ਸਾਰੀ ਕਾਂਗਰਸ ਇੱਕ ਮੁੱਠ ਹੋ ਕੇ ਜਿੱਥੇ ਸੱਦਾ ਦੇਈਦਾ ਉੱਥੇ ਕਾਂਗਰਸ ਪਾਰਟੀ ਖੜੀ ਹੋ ਜਾਂਦੀ ਹੈ। ਲੁਧਿਆਣਾ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਕਾਂਗਰਸੀ ਆਗੂਆਂ ਦੇ ਵੱਲੋਂ ਭਰਤਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਨੂੰ ਲੈ ਕੇ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਉੱਥੇ ਸਾਬਕਾ ਮੰਤਰੀ ਗੁਰਕੀਰਤ ਤੇ ਕੋਟਲੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਤੇ ਵੀ ਨਿਸ਼ਾਨੇ ਸਾਧੇ ਨੇ ਅਤੇ ਕਿਹਾ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਆਗੂਆਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਹ ਆਮ ਆਦਮੀ ਦੀ ਸਰਕਾਰ ਜਿਹੜੀ ਆ ਉਹ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ, ਹਟਾਉਣ ਦੇ ਲਈ ਇਸ ਤਰ੍ਹਾਂ ਦੀਆਂ ਕੁਝ ਹਰਕਤਾਂ ਕਰ ਰਹੀ ਆ। ਪਰ ਅਸੀਂ ਫੇਰ ਵੀ ਕਾਨੂੰਨ ਵਿਵਸਥਾ ਦੇ ਅੰਦਰ ਰਹਿੰਦੇ ਹੋਏ ਅਸੀਂ ਕਾਨੂੰਨ ਦਾ ਸਾਹਮਣਾ ਕਰਾਂਗੇ ਔਰ ਸੱਚ ਜਿਹੜਾ ਵਾ ਲੋਕਾਂ ਦੇ ਸਾਹਮਣੇ ਆਏਗਾ। ਸੀਐਮ ਮਾਨ ਵੱਲੋਂ ਜਿਹੜਾ ਇੱਕ ਟਵੀਟ ਕੀਤਾ ਗਿਆ ਸੀ, ਕਹਿੰਦੇ ਵੀ ਸਾਨੂੰ ਕਹਿੰਦੇ ਸੀ ਫੜ ਲਓ, ਕਹਿੰਦੇ ਉੱਥੇ ਜਾ ਕੇ ਪ੍ਰਦਰਸ਼ਨ ਕਰਦੇ ਸੀ, ਕਹਿੰਦੇ ਅਸੀਂ ਫੜ ਲਿਆ। ਨਹੀਂ ਦੇਖੋ, ਅਸੀਂ ਜਦੋਂ ਸ਼ਾਂਤੀਪੂਰਵਕ ਅੱਜ ਵੀ ਪ੍ਰਦਰਸ਼ਨ ਕਰ ਰਹੇ ਹਾਂ ਔਰ ਉਦੋਂ ਵੀ ਅਸੀਂ ਕਿਹਾ ਸੀ ਕਿ ਅਸੀਂ ਤੁਹਾਡੇ ਸਾਹਮਣੇ ਆ। ਆਸ਼ੂ ਜੀ ਨੇ ਵੀ ਉੱਥੇ ਵਿਜੀਲੈਂਸ ਦਫ਼ਤਰ ਜਾ ਕੇ ਇਹੀ ਕਿਹਾ ਕਿ ਮੈਂ ਦੱਸੋ ਮੈਨੂੰ ਕਿੱਥੇ ਚਾਹੀਦਾ, ਮੈਂ ਆਉਣ ਨੂੰ ਤਿਆਰ ਹਾਂ। ਪਰ ਤੁਸੀਂ ਹੁਣ ਇਹਨੂੰ ਗਲਤ ਤਰੀਕੇ ਦੇ ਨਾਲ ਜਾਂ ਤੁਸੀਂ ਇਹਨੂੰ ਪਿਛਲੇ ਦਰਵਾਜ਼ੇ ਦੇ ਰਾਹੀਂ ਇਸ ਤਰ੍ਹਾਂ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹੋ। ਜਿਸ ਤਰ੍ਹਾਂ ਪਹਿਲਾਂ ਸਾਧੂ ਸਿੰਘ ਧਰਮਸੋਤ ਜੀ ਨੂੰ 3 ਵਜੇ ਸਵੇਰੇ ਅਰਲੀ ਮਾਰਨਿੰਗ ਚੱਕਿਆ ਗਿਆ ਔਰ ਜਿਵੇਂ ਕੋਈ ਡਰੈਡਡ ਮਿਲੀਟੈਂਟ ਹੁੰਦੇ ਨੇ ਉਹ ਇੱਕ ਕਾਨੂੰਨ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੇ, ਭਾਰਤ ਦੇ ਸੰਵਿਧਾਨ ਦੇ ਵਿੱਚ ਉਹਨਾਂ ਨੇ ਸਹੁੰ ਖਾਧੀ ਹੈ ਔਰ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਹਰਾਸ ਕਰ ਰਹੇ ਹੋ ਔਰ ਜਾਣਬੁੱਝ ਕੇ ਉਹਨਾਂ ਨੂੰ ਧੱਕੇਸ਼ਾਹੀ ਉਹਨਾਂ ਨੂੰ ਕਰ ਰਹੇ ਹੋ, ਇਹ ਨਿੰਦਣਯੋਗ ਗੱਲ ਹੈ। ਵਿਜੀਲੈਂਸ ਦੇ ਵੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵਿੱਚ ਹੋਏ ਟਰਾਂਸਪੋਰਟ ਘੁਟਾਲਾ ਮਾਮਲੇ ਦੇ ਵਿੱਚ ਕੰਪਨੀ ਦੇ ਮਾਲਕ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਰਤਭੂਸ਼ਣ ਆਸ਼ੂ ਨੂੰ ਵੀ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਉਹਨਾਂ ਦੇ ਨਜ਼ਦੀਕੀਆਂ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ। ਸਾਬਕਾ ਮੰਤਰੀ ਦੇ ਕਰੀਬੀ ਕੌਂਸਲਰ ਸਨੀ ਪੱਲਾ ਨੂੰ ਵਿਜੀਲੈਂਸ ਦੇ ਵੱਲੋਂ ਨੋਟਿਸ ਭੇਜਿਆ ਗਿਆ ਤੇ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਵੀ ਵਿਜੀਲੈਂਸ ਦੇ ਅੱਗੇ ਪੇਸ਼ ਹੋਏ। ਖੰਨਾ ਦੇ ਪਿੰਡ ਹਰੀਓ ਮਾਜਰਾ ਵਿੱਚ ਆ ਰਹੇ ਖੇਡ ਮੇਲੇ ਦੇ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਸਟਰਾਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਤਾਂ ਜੋ ਪੰਜਾਬ ਖੇਡ ਖੇਤਰ ਦੇ ਵਿੱਚ ਮੋਹਰੀ ਸੂਬਾ ਬਣ ਕੇ ਉੱਭਰ ਸਕੇ। 29 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਲੰਧਰ ਦੇ ਵਿੱਚ ਵਤਨ ਪੰਜਾਬ 2022 ਦੀਆਂ ਖੇਡਾਂ ਦਾ ਉਦਘਾਟਨ ਕੀਤਾ ਜਾਵੇਗਾ। ਮੇਲੇ ਦੇ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। देखो कहना तो यही है कि धन्यवाद करते नगर निवासियों का जिन्होंने इन्ना मान सन्मान बख्शिया। अज खुशी होंदी है कि वो समा याद आता जदों असी जिथे अज पिछे लगे हुई ने जी बाउंड्री लगी हुई है उत्थे खड़ के असी देखते होंगे सी। अज इन्ना मान बख्शिया कि असी स्टेज ते हाँ, सो बहुत खुशी होंदी है। सो पुराने दिन ने जिहड़े वो भी याद आउंदे ने जदों असी छिंजां जिहड़ियां देखण जांदे ते, पर साडे एरिए कन्नी बहुत सारियां छिंजां दे जिहड़े मेले ने वो लुप्त हो चुके ने। सो बड़ी खुशी हुई है कि अज जिहड़ा इत्थे छिंज देख के मन गदगद हो चुका है कि इधर जिहड़ी हैगी आ छिंजां दा जिहड़े मेले आ वो पहलां चनाथल जाके आ, सो उरे भी है। सो खुशी की गल है
ਕਿ ਸਾਡੇ ਬੱਚੇ ਨੇ ਜਿਹੜੇ ਨੌਜਵਾਨ ਆ ਬੱਚੇ ਜਿਹੜੇ ਮਿਲੇ ਸੀ ਨਵੇਂ ਪਹਿਲਵਾਨ ਨੇ, ਸੋ ਉਹਨਾਂ ਨੂੰ ਦੇਖ ਕੇ ਮਨ ਬਹੁਤ ਖੁਸ਼ ਆ। ਕੁਸ਼ਤੀਆਂ ਦੇ ਮੁਕਾਬਲੇ ਕਰਾਏ ਜਾ ਰਹੇ ਨੇ ਜੋ ਹਰ ਸਾਲ ਬਾਬੇ ਸਿੱਧਾਂ ਦੇ ਸਥਾਨ ਨੂੰ ਸਮਰਪਿਤ ਹੁੰਦੇ ਨੇ, ਇਸ ਦਿਹਾੜੇ ਨੂੰ ਸਮਰਪਿਤ ਹੁੰਦੇ ਨੇ। ਹਰ ਸਾਲ ਇਸ ਜਗ੍ਹਾ ਇਹ ਦੰਗਲ ਕਰਾਏ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਟੀਮ ਨੂੰ ਵਧਾਈ ਦਿੰਦਾ, ਜਿਹੜੀ ਸਮੁੱਚੀ ਇਹਨਾਂ ਦੀ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਬੜੇ ਵਧੀਆ ਪ੍ਰਬੰਧ ਕੀਤੇ ਆ। ਹਰ ਸਾਲ ਇਹ ਪ੍ਰਬੰਧ ਬਹੁਤ ਵਧੀਆ ਕਰਦੇ ਆ, ਬਹੁਤ ਵਧੀਆ ਦੰਗਲ ਸ਼ਾਂਤੀਪੂਰਵਕ ਕਰਾਉਂਦੇ ਆ। ਕੋਈ ਆਮ ਕਰਕੇ ਆਪਾਂ ਦੇਖਦੇ ਆ ਪਿੰਡਾਂ 'ਚ ਕਈ ਹੱਲੇ ਗੋਲੇ ਵੀ ਹੋ ਜਾਂਦੇ, ਹੋਰ ਰੌਲੇ ਰੱਪੇ ਹੁੰਦੇ, ਬੜਾ ਸ਼ਾਂਤੀ ਨਾਲ ਹਰ ਸਾਲ ਅਸੀਂ ਆਉਣ ਦਾ ਵੀ ਮੌਕਾ ਮਿਲਦਾ। ਬੜਾ ਵਧੀਆ ਤਰੀਕੇ ਨਾਲ ਦਾ ਪ੍ਰਬੰਧ ਬਹੁਤ ਵਧੀਆ ਹੁੰਦਾ। ਇੱਕ ਗੱਲੋਂ ਤਾਂ ਇਹ ਵਧਾਈ ਦੇ ਪਾਤਰ ਨੇ। ਲੁਧਿਆਣਾ ਦੇ ਗਿੱਲ ਰੋਡ ਤੇ ਇੰਡਸਟਰੀ ਕਾਰੋਬਾਰੀ ਨੂੰ ਪਿਛਲੇ ਲੰਮੇ ਸਮੇਂ ਤੋਂ ਇੱਕ ਸ਼ਖਸ ਦੇ ਵੱਲੋਂ ਵੱਖ-ਵੱਖ ਨਾਮਾਂ ਤੇ ਫਰਮਾਂ ਬਣਾ ਕੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਸੀ ਅਤੇ ਹੁਣ ਇਸ ਸ਼ਾਤਰ ਠੱਗ ਨੂੰ ਕਾਬੂ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਕਾਰੋਬਾਰੀ ਨੇ ਕਿਹਾ ਕਿ ਪਹਿਲਾਂ ਇਹ ਵਿਅਕਤੀ ਫੈਕਟਰੀਆਂ ਦੇ ਵਿੱਚ ਜਾ ਕੇ ਸੈਂਪਲ ਚੈੱਕ ਕਰਦਾ ਹੈ ਅਤੇ ਫਿਰ ਫੈਕਟਰੀ ਮਾਲਕ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲੈ ਕੇ ਥੋੜੀ ਬਹੁਤੀ ਰਕਮ ਵੀ ਦਿੰਦਾ ਸੀ ਅਤੇ ਫਿਰ ਜਦੋਂ ਵਿਸ਼ਵਾਸ ਹੋ ਜਾਂਦਾ ਸੀ ਤਾਂ ਫੈਕਟਰੀ ਮਾਲਕ ਨੂੰ ਵੱਡਾ ਆਰਡਰ ਦੇਣ ਤੋਂ ਬਾਅਦ ਫਰਜ਼ੀ ਚੈੱਕ ਦੇ ਕੇ ਰਫੂ ਚੱਕਰ ਹੋ ਜਾਂਦਾ ਸੀ। ਦਸ਼ਮੇਸ਼ ਨਗਰ ਗਲੀ ਨੰਬਰ 14 ਵਿੱਚ ਸੁਖਵਿੰਦਰ ਸਿੰਘ ਜੀ ਜਿਹੜੇ ਬਹੁਤ ਵਧੀਆ ਕਾਰੋਬਾਰੀ ਨੇ, ਉਹਨਾਂ ਦੀ ਫੈਕਟਰੀ ਵਿੱਚ ਇੱਕ ਵਿਅਕਤੀ ਆਇਆ ਤੇ ਜਿਹਨੇ ਇਹਨਾਂ ਤੋਂ ਮਾਲ ਪਰਚੇਜ ਕਰਿਆ। ਜਦੋਂ ਇਹਨਾਂ ਨੂੰ ਸ਼ੱਕ ਪਈ ਤਾਂ ਇਹਨਾਂ ਨੇ ਉਹਦਾ ਆਧਾਰ ਕਾਰਡ ਮੰਗਿਆ ਤਾਂ ਉਹ ਜਿਹੜਾ ਉਹਦੇ ਨਾਲ ਮੈਚ ਨਹੀਂ ਕਰਿਆ। ਇਹਨਾਂ ਨੂੰ ਸ਼ੱਕ ਪਈ, ਇਹਨਾਂ ਨੇ ਫਿਰ ਆਪਣੇ ਪ੍ਰਧਾਨ ਸਾਹਿਬ ਚਾਵਲਾ ਜੀ ਨਾਲ ਕੰਟੈਕਟ ਕਰਿਆ, ਮੈਨੂੰ ਬੁਲਾਇਆ। ਮੌਕੇ ਤੇ ਅਸੀਂ ਆ ਕੇ ਇਹਨਾਂ ਨੇ ਫਿਰ ਉਹ ਬੰਦੇ ਨੂੰ ਇੱਥੇ ਥਾਣੇ ਲਿਆ ਕੇ ਦਿੱਤਾ ਤੇ ਹੁਣ ਉਹਦਾ ਮੁਲਾਜ਼ਾ ਕਰਾਉਣ ਲਈ ਜਿਹੜਾ ਸਿਵਲ ਹਸਪੀਟਲ ਲੈ ਕੇ ਗਏ ਨੇ। ਇਸ ਤੋਂ ਪਹਿਲਾਂ ਵੀ ਇਹ ਹੁਣ ਮਧੂ ਮੈਡਮ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਇਹ ਡੂੰਘਾਈ ਨਾਲ ਜਾਂਚ ਕਰੋ ਵੀ ਇਹਦੇ ਪਿੱਛੇ ਕੌਣ ਹੈ। ਅਪਰੋਕਸੀਮੇਟਲੀ 8,14,000 ਰੁਪਏ ਦਾ ਮੇਰੇ ਨਾਲ ਫਰਾਡ ਹੋਇਆ ਹੈ ਤੇ ਪਹਿਲਾਂ ਇਹ ਬੰਦਾ ਜੈਨੂਅਨ ਸਾਨੂੰ ਚੈੱਕ ਦਿੰਦਾ ਰਿਹਾ ਤੇ ਇਹ ਚੈੱਕ ਪਾਸ ਵੀ ਹੋਏ ਨੇ। ਐਂਡ ਤੇ ਜਾ ਕੇ ਜਦ ਮਟੀਰੀਅਲ ਕੁਝ ਜ਼ਿਆਦਾ ਹੋ ਗਿਆ ਉਸ ਤੋਂ ਬਾਅਦ ਇਹਨੇ ਚੈੱਕ ਦਾ ਸਾਰਾ ਬੈਲੈਂਸ ਇਹਦਾ ਨਿਲ ਹੋ ਗਿਆ ਅਕਾਊਂਟ ਦੇ ਵਿੱਚ ਤੇ ਨਾਲ ਦੀਆਂ ਸਾਰੇ ਚੈੱਕ ਫੇਲ ਹੋ ਗਏ। ਇੱਕੋ ਟਾਈਮ ਤੇ ਕੁਝ ਦਿਨ ਇਹਨੇ ਚੈੱਕ ਰੋਕੇ ਵੀ, ਜਿਹਦੇ ਕਰਕੇ ਸਾਡਾ ਅਮਾਊਂਟ ਜ਼ਿਆਦਾ ਹੋ ਗਈ, ਇੱਕਦਮ ਇਕੱਠੀ ਹੋ ਗਈ ਤੇ ਹੌਲੀ ਹੌਲੀ ਕਰਕੇ ਇਹ ਸਾਰਾ ਪੈਸਾ ਲੈ ਕੇ ਮਾਲ ਲੈ ਕੇ ਤਿੱਤਰ ਹੋ ਗਿਆ। ਇਹਨੇ ਕੋਈ ਵੀ ਚੈੱਕ ਉਸ ਤੋਂ ਬਾਅਦ ਸਾਨੂੰ ਡਿਲੇ ਕਰਦਾ ਵੀ ਰਿਹਾ ਵੀ ਇਹ ਚੈੱਕ ਕਲੀਅਰ ਹੋ ਜਾਏਗਾ, ਬਟ ਨਹੀਂ, ਕੁਝ ਵੀ ਨਹੀਂ ਹੋਇਆ। ਉਸ ਤੋਂ ਬਾਅਦ ਉਲਟਾ ਜੇ ਕਿਸੇ ਨੇ ਇਹਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ ਘਰ ਗਿਆ ਹੈ ਤਾਂ ਉਹਨਾਂ ਤੇ ਉਲਟਾ ਇਹਨੇ ਪਰਚੇ ਵੀ ਕਰਵਾਏ ਹੈਗੇ ਨੇ। ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਕੈਦੀ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਕੈਦੀ ਦਾ ਕਹਿਣਾ ਹੈ ਕਿ ਜੇਲ੍ਹ ਦੇ ਵਿੱਚ ਉਸ ਨੂੰ ਕਾਫੀ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾ ਰਿਹਾ ਤੇ ਧੱਕੇਸ਼ਾਹੀ ਹੋ ਰਹੀ ਹੈ ਤੇ ਜੇਲ੍ਹ ਦੇ ਵਿੱਚ ਸੱਟ ਲੱਗਣ ਤੋਂ 7 ਦਿਨਾਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ ਹੈ। ਉਦੋਂ ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਗਲਤ ਦੱਸਿਆ। ਨਜਾਇਜ਼ ਇਹ ਵੀ ਨਜਾਇਜ਼ ਕਰਦੇ, ਜੇਲ੍ਹ ਪ੍ਰਸ਼ਾਸਨ ਵੀ ਨਜਾਇਜ਼ ਕਰ ਰਿਹਾ ਵਾ। ਕਿਸੇ ਪਾਸੇ ਨਹੀਂ ਸੁਣਾਈ, ਨਾ ਜੱਜ ਸੁਣਦਾ ਨਾ ਕੋਈ ਸੁਣਦਾ ਵਾ। ਮੰਗ ਕੀ ਤੁਹਾਡੀ ਸੀਨੀਅਰ ਅਧਿਕਾਰੀਆਂ ਤੋਂ? ਇੱਕ ਤਾਂ ਮੇਰੀ ਉਮਰ ਦੇ ਹਿਸਾਬ ਨਾਲ ਮੈਨੂੰ ਜੇਲ੍ਹ ਭੇਜਿਆ ਜਾਵੇ ਜਿਸ ਹਿਸਾਬ ਨਾਲ ਮੇਰੀ ਉਮਰ ਸੀਗੀ। ਉਮਰ ਕਿੰਨੀ ਹੁਣ ਤੁਹਾਡੀ? ਮੇਰੀ ਇਸ ਟਾਈਮ 20 ਤੇ ਮੈਨੂੰ 7 ਸਾਲ ਹੋ ਗਏ ਜੇਲ੍ਹ ਦੇ, 14 ਸਾਲ ਦੀ ਉਮਰ ਜੇਲ੍ਹ ਭੇਜਿਆ ਸੀਗਾ ਜੀ। ਜਾਂ ਤਾਂ ਮੇਰੇ ਟੈਸਟ ਕਰਾਏ ਜਾਣ, ਮੇਰੇ ਮੰਮੀ ਡੈਡੀ ਪੂਰੇ ਹੋ ਗਏ ਨੇ, ਕੋਈ ਹੈ ਨਹੀਂ ਅੱਗੇ ਪਿੱਛੇ, ਪ੍ਰੂਫ ਹੈ ਨਹੀਂ ਮੇਰੇ ਕੋਲ। ਮੇਰੇ ਟੈਸਟ ਤਾਂ ਕਰਾ ਸਕਦੇ ਨੇ, ਟੈਸਟ ਕਰਾ ਕੇ ਮੇਰਾ ਲਾਓ ਕਰਾਉਣ ਕਿ ਹਾਂ ਇਹਦੀ ਇੰਨੀ ਉਮਰ ਬਣਦੀ ਹੈ, ਇੰਨੇ ਸਨ 'ਚ ਆਇਆ ਸੀਗਾ, ਸਨ ਥਰੂ ਮੇਰਾ ਕਰਨ ਕਿ ਹਾਂ ਇੰਨੇ ਸਨ 'ਚ ਅੰਦਰ ਆਇਆ ਸੀਗਾ, ਇਹਦੇ ਸਨ ਤੇ ਇੰਨੀ ਉਮਰ ਬਣਦੀ ਆ। ਇਹ ਤਾਂ ਨਜਾਇਜ਼ ਮੈਨੂੰ ਵੱਡੀ ਜੇਲ੍ਹ 'ਚ ਪਾਇਆ ਗਿਆ 22 ਸਾਲ ਉਮਰ ਲੈ ਕੇ। ਹੁਣ ਮੇਰੀ 20 ਸਾਲਾਂ ਦੇ 22 ਸਾਲ ਉਮਰ ਲੈ ਕੇ ਮੈਨੂੰ ਵੱਡੀ ਜੇਲ੍ਹ ਭੇਜਿਆ। ਟ੍ਰੀਟਮੈਂਟ ਅੰਦਰ ਨਹੀਂ ਹੋਇਆ, ਕਾਰਨ ਕੀ ਸਮਝਦੇ ਹੋ? ਮੈਂ ਜਨਾਬ ਜੇਲ੍ਹ 'ਚ ਹਸਪੀਟਲ ਡਾਕਟਰ ਨੇ ਸਾਰਾ ਕੁਝ, ਡਾਕਟਰ ਆ ਕੇ ਕਹਿੰਦਾ ਇਹਨੂੰ ਕੱਢੋ ਬਾਹਰ, ਕਿ ਇਹਦਾ ਟਾਂਕੇ ਲੱਗਣਗੇ। ਮੁਲਾਜ਼ਮ ਕਹਿੰਦੇ ਕਿ ਇਹਨੂੰ ਕੱਢਣਾ ਨਹੀਂ ਬਾਹਰ। ਮੁਲਾਜ਼ਮ ਕਹਿੰਦੇ ਇਹਨੂੰ ਦਾਰੂ ਪੀ ਕੇ ਮੁਲਾਜ਼ਮ ਆਇਆ, ਕਹਿੰਦਾ ਕੱਢਣਾ ਨਹੀਂ ਇਹਨੂੰ ਬਾਹਰ। ਸ਼ਮਸ਼ੇਰ ਮੁਲਾਜ਼ਮ ਉਹ ਕਹਿੰਦਾ ਮੈਂ ਕੱਢਣਾ ਨਹੀਂ ਬਾਹਰ। ਡਾਕਟਰ ਕਹਿੰਦਾ ਇਹਨੂੰ ਬੈਠ ਟਾਂਕੇ ਲਾਣੇ, ਕਹਿੰਦਾ ਮੈਂ ਬਾਹਰ ਨਹੀਂ ਕੱਢਣਾ। ਜਦੋਂ ਸਵੇਰੇ ਲੈ ਕੇ ਗਏ ਡਾਕਟਰ ਕਹਿੰਦਾ ਮੈਂ ਨਹੀਂ ਕਰਨੀ ਪੱਟੀ। ਹੁਣ ਦੱਸੋ ਮੇਰੀ ਕੀ ਇਹ 'ਚ ਗਲਤੀ ਹੈ ਜਨਾਬ? ਸੀਨੀਅਰ ਅਧਿਕਾਰੀਆਂ ਤੋਂ ਕੀ ਮੰਗ ਹੋ ਤੁਹਾਡੀ? ਜਨਾਬ ਮੈਨੂੰ ਇਲਾਜ ਕਰਾਇਆ ਜਾਣ, ਮੈਨੂੰ ਨਜਾਇਜ਼ ਬੰਦ ਕੀਤਾ ਜੀ। ਉਹ ਖੋਲ ਕੇ ਮੈਨੂੰ ਮੇਰੀ ਜਿਹੜੀ ਜੇਲ੍ਹ 'ਚ ਮੇਰੀ ਬਣਦੀ ਉੱਥੇ ਭੇਜਣ ਮੈਨੂੰ। ਤੇ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕਹਿ ਰਹੇ ਹੋ? ਹਾਂ ਕਾਰਵਾਈ ਕਰੇ। ਕੀ ਕਾਰਵਾਈ ਦੀ ਮੰਗ ਕਰਦੇ? ਸੁਪਰਡੈਂਟ ਤੇ ਕਾਰਵਾਈ ਕੀਤੀ ਜਾਵੇ ਜੀ। ਕਿਹੜੇ ਕੇਸ ਹੁੰਦਾ ਹੈਗਾ ਜੀ? ਕੇਸ ਦਾ ਸਰ ਆਪਣੇ ਜੇਲ੍ਹ ਵਾਲਿਆਂ ਨੂੰ ਪਤਾ ਕਿਹੜੇ ਕੇਸ ਦੇ ਆ, ਕਈਆਂ ਕੇਸਾਂ 'ਚ ਦਰਜ ਆ। ਤੇ ਸਰ ਇਹ ਕਹਿਣਾ ਹੈ ਵੀ ਪਿੰਡ ਦਾ ਕੁੱਟਮਾਰ ਕੀਤੀ ਸੁਪਰੀਮ ਨੂੰ, ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਕੋਈ ਪਤਾ ਨਹੀਂ ਕਿਹਨੂੰ ਕੁੱਟਮਾਰ ਕੀਤੀ ਹੈ। ਤੇ ਸਰ ਮੰਗ ਕੀ ਇਨਸਾਫ ਦੀ ਮੰਗ ਕਰ ਰਿਹਾ, ਕਿਸੇ ਤੋਂ ਦੇ ਦਿਓ, ਕਹਿੰਦਾ ਕੁੱਟਮਾਰ ਸੁਪਰੀਮ ਸਾਹਮਣੇ ਆ ਮੇਰੇ ਨਾਲ ਕੀਤੀ। ਨਹੀਂ ਸਰ ਇਹਦੇ ਬਾਰੇ ਸਾਨੂੰ ਕੋਈ ਵੀ ਨੌਲੇਜ ਨਹੀਂ। ਸਾਨੂੰ ਤਾਂ ਇਹਨਾਂ ਨੂੰ ਮੈਡੀਕਲ ਕਰਾਉਣ ਭੇਜਿਆ ਸਰਜਰੀ ਲਈ, ਉਹ ਅਸੀਂ ਇਹਨਾਂ ਮੈਡੀਕਲ ਕਰਾਉਣ। ਇਹਦੇ ਬਾਰੇ ਸਰ ਕੋਈ ਪਤਾ ਨਹੀਂ ਕਿੰਨੇ ਦਿਨ ਹੋ ਗਏ ਕਿੰਨੇ ਨਹੀਂ ਦਿਨ ਹੋ ਗਏ। ਅੱਜ ਸ਼ਨੀਵਾਰ, ਅੱਜ ਗਾਰਦ ਲੱਗੀ, ਅੱਜ ਭੱਜਣ ਦੀ ਗੱਲ ਕਰ ਰਹੇ ਹੋ? ਇਹ ਭੱਜਿਆ 2-3 ਵਾਰੀ, ਇੱਕ ਕਹਿੰਦੇ ਸਿਵਲ ਹਸਪਤਾਲ ਤੋਂ ਦਵਾਈ ਲੈਣ ਆਇਆ, ਭੱਜਿਆ, ਇੱਕ ਵਾਰੀ ਜੇਲ੍ਹ ਤੋਂ ਭੱਜਿਆ। ਲਿੰਪੀ ਸਕਿਨ ਬਿਮਾਰੀ ਦੇ ਕਰਕੇ ਹਲਕਾ ਸਮਰਾਲਾ ਦੇ ਪਿੰਡ ਹੀੜੀਆਂ ਵਿੱਚ ਕੁਝ ਦਿਨ ਪਹਿਲਾਂ 4 ਇਨਾਮੀ ਬਲਦਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੀ ਕੀਮਤ 70 ਤੋਂ 80 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਬਲਦਾਂ ਦੇ ਨਿਮਿਤ ਅੰਤਿਮ ਅਰਦਾਸ ਕੀਤੀ ਗਈ ਹੈ।
ਇਹਨਾਂ ਬਲਦਾਂ ਦੇ ਮਾਲਕ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਆਪਣੇ ਬਲਦਾਂ ਨੂੰ ਕਾਫੀ ਪਿਆਰ ਕਰਦੇ ਸਨ ਅਤੇ ਉਹਨਾਂ ਨੇ ਪੁੱਤਾਂ ਵਾਂਗ ਪਾਲਿਆ ਸੀ ਅਤੇ ਹੁਣ ਇਹਨਾਂ ਬਲਦਾਂ ਦੀ ਮੌਤ ਹੋਣ ਕਰਕੇ ਉਹਨਾਂ ਨੂੰ ਵੱਡਾ ਘਾਟਾ ਪਿਆ ਤੇ ਘਰ ਬਰਬਾਦ ਹੋ ਗਿਆ ਹੈ ਅਤੇ ਨਾਲ ਹੀ ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਲਿੰਪੀ ਸਕਿਨ ਨਾਮੁਰਾਦ ਬਿਮਾਰੀ ਦੀ ਰੋਕਥਾਮ ਦੇ ਲਈ ਪੁਖਤਾ ਕਦਮ ਚੁੱਕੇ ਜਾਣ। ਬੌਲਦ ਬਹੁਤ ਕੀਮਤ ਵਾਲੇ ਬੌਲਦ ਸੀਗੇ ਜੀ, ਘੱਟੋ ਘੱਟ 55 ਲੱਖ ਦੇ ਸੀਗੇ ਜੀ। ਹਾਂਜੀ ਤੇ ਇਹ ਖੇਲਦੇ ਵੀ ਸੀਗੇ, ਤੁਸੀਂ ਲੈ ਕੇ ਆਉਂਦੇ ਸੀ ਰੇਸਾਂ? ਹਾਂਜੀ ਖੇਲਦੇ ਲੈ ਕੇ ਆਉਂਦੇ ਸੀਗੇ, ਪੂਰੇ ਨਾਮੀ ਬੌਲਦ ਸੀਗੇ। ਅਰਜਨ ਸੀਗਾ ਜੀ, ਕਾਲਾ ਨਾਗ ਸੀਗਾ, ਚਿਤਲਾ ਤੇ ਨਵਾਬ, ਚਾਰੇ ਬੌਲਦ ਪੂਰੇ ਨਾਮੀ ਬੌਲਦ ਸੀਗੇ ਜੀ ਆਪਣੇ। ਇਹ ਪੰਜਾਬ 'ਚ ਕਿੱਥੇ ਕਿੱਥੇ ਲੈ ਕੇ ਜੋ ਪੰਜਾਬ ਤੋਂ ਬਾਹਰ ਵੀ ਲੈ ਕੇ ਉਹਨਾਂ ਨੂੰ? ਪੰਜਾਬ 'ਚ ਜਿੱਥੇ ਵੀ ਖੇਡਾਂ ਹੁੰਦੀਆਂ ਸੀ ਸਾਰੇ ਕਿਤੇ ਲੈ ਕੇ ਜਾਂਦੇ ਸੀਗੇ ਜੀ। ਪੰਜਾਬ ਤੋਂ ਬਾਹਰ ਵੀ ਜਾਂਦੇ ਸੀ? ਹਾਂ ਬਾਹਰ ਵੀ ਜਾਂਦੇ ਆ ਜੀ। ਤੇ ਇਹਨਾਂ ਦੀ ਡੈਥ ਹੋਈ ਹੈ ਉਹ ਕਿਸ ਕਾਰਨ ਵਿੱਚ ਹੋਈ ਹੈ, ਕੀ ਹੋਇਆ ਇਹਨਾਂ ਨੂੰ, ਕਿਹੜੀ ਬਿਮਾਰੀ ਲੱਗੀ ਹੈ? ਜਿਹੜੀ ਉਹ ਬਿਮਾਰੀ ਚੱਲਦੀ ਆ ਨਾ ਜੀ ਹੁਣ, ਠੀਕ ਹੈ, ਉਹਦੇ ਨਾਲ ਹੋ ਗਈ ਜੀ ਡੈਥ ਉਹਨਾਂ ਦੀ। ਕਿੰਨੇ ਕੁ ਟਾਈਮ 'ਚ ਪੂਰੇ ਹੋ ਗਏ ਜੋ ਇਹਨਾਂ ਨੂੰ ਪਤਾ ਲੱਗੇ ਵੀ ਬਿਮਾਰੀ ਲੱਗ ਗਈ ਆ, ਤਾਂ ਕਿੰਨਾ ਟਾਈਮ ਲੱਗਿਆ ਇਹਨਾਂ ਨੂੰ? ਆਹੀ ਜੀ ਮੰਨ ਲਓ 10 ਕੁ ਦਿਨਾਂ ਵਿੱਚ ਉਹ ਪੂਰੇ ਹੋ ਗਏ ਜੀ। ਇਹ ਜੀ ਜਿਹੜੀ ਬਿਮਾਰੀ ਚੱਲ ਰਹੀ ਹੈ 올림픽 ਸੇਵਨ, ਇਹਦੇ ਕਾਰਨ ਹੀ ਹੋਏ। ਇਹ ਕਿੰਨੇ ਟਾਈਮ ਤੋਂ ਬਿਮਾਰ ਸੀਗੇ ਇਹ ਜੀ 10-15 ਦਿਨ ਬਿਮਾਰ ਰਹੇ ਨੇ, ਉਹ ਤੋਂ ਬਾਅਦ ਪੂਰੇ ਹੋ ਗਏ। ਤੇ ਇਹ ਸੁਣਿਆ ਵੀ ਇਨਾਮੀ ਨੇ ਇਹਨਾਂ ਤੇ ਮੁੱਲ ਵੀ ਕਾਫੀ ਸੀ, ਕਿੰਨਾ ਕੁ ਮੁੱਲ ਸੀ ਇਹਨਾਂ ਦਾ? ਜੀ ਇੱਕ ਤਾਂ ਜੀ ਮੰਨ ਲਓ ਮੁੱਲ ਤਾਂ ਹੀ ਹੈ ਨਹੀਂ ਇਹਦਾ ਕੋਈ ਵੀ। ਫਿਰ ਵੀ ਤੁਸੀਂ ਜੋ ਲਿਆਂਦੇ ਸੀ ਕਿੰਨੇ ਦੇ ਸੀ, ਹੁਣ ਕਿੰਨਾ ਕੁ ਮੁੱਲ ਹੋ ਸਕਦਾ? ਇੱਕ ਲਿਆਂਦਾ ਜੀ 16 ਲੱਖ ਦਾ ਜੀ, ਇੱਕ 10 ਲੱਖ ਦਾ, ਇੱਕ 7 ਲੱਖ ਦਾ, ਇੱਕ ਕੀਤਾ ਜੀ 23 ਲੱਖ ਸਾਂਝਾ। ਯਾਨੀ ਹੁਣ ਕਿੰਨੇ ਕੁ ਦੇ ਹੋਣਗੇ ਇਹ ਜਦੋਂ ਹੁਣ ਇਸ ਟਾਈਮ ਦੀ ਕੀਮਤ? ਇਸ ਟਾਈਮ ਤਾਂ ਜੀ ਸਭ ਨੂੰ ਉੱਤੇ ਹੀ ਸੀਗੇ, ਇਹਨਾਂ ਦਾ ਇਸ ਟਾਈਮ ਕੋਈ ਮੁੱਲ ਨਹੀਂ ਸੀਗਾ ਜੀ। ਇਹਨਾਂ ਨੂੰ ਤੁਸੀਂ ਪਾਲਿਆ, ਬੱਚਿਆਂ ਵਾਂਗੂ ਪਾਲਿਆ ਹੋਣਾ, ਇਹਨਾਂ ਦੇ ਨਾਮ ਵੀ ਰੱਖੇ ਹੋਣ? ਹਾਂਜੀ। ਕੀ ਨਾਂ ਸੀ ਇਹਨਾਂ ਦੇ? ਇੱਕ ਦਾ ਨਾਮ ਅਰਜਨ ਸੀਗਾ ਜੀ, ਇੱਕ ਦਾ ਨਾਮ ਕਾਲਾ ਨਾਗ, ਇੱਕ ਦਾ ਨਾਮ ਨਵਾਬ, ਇੱਕ ਚੀਨਾ। ਕਿੱਥੇ ਕਿੱਥੇ ਖੇਲੇ ਇਹਨਾਂ ਨੂੰ ਤੁਸੀਂ, ਕਿੱਥੇ ਕਿੱਥੇ ਭਜਾਇਆ ਇਹਨਾਂ ਨੂੰ? ਇਹ ਤਕਰੀਬਨ ਸਾਰੇ ਪੰਜਾਬ 'ਚ ਗਏ ਨੇ ਜੀ। ਖਬਰ ਜਨਤਾ ਕਲੋਨੀ ਤੋਂ ਹੈ, ਜਿੱਥੇ ਕਿ ਬੇਕਾਬੂ ਹੋਈ ਕ੍ਰੇਨ ਨੇ ਇੱਕ ਵਿਅਕਤੀ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰ ਦੇ ਵੇਲੇ ਰਣਜੀਤ ਹੈਲਥ ਕਲੱਬ ਦੇ ਨੇੜੇ ਵਾਪਰਿਆ ਹੈ ਅਤੇ ਮ੍ਰਿਤਕ ਦੀ ਪਹਿਚਾਣ ਪਲਾਸਟਿਕ ਵਪਾਰੀ ਇੰਦਰ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਕਾਰੋਬਾਰੀ ਸਵੇਰੇ ਸੈਰ ਕਰਨ ਲਈ ਨਿਕਲਿਆ ਸੀ ਅਤੇ ਉਸੇ ਵੇਲੇ ਇਹ ਹਾਦਸਾ ਵਾਪਰਿਆ। ਉਧਰ ਹਾਦਸੇ ਦੀਆਂ ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ। ਦੂਜੇ ਪਾਸੇ ਹਾਦਸੇ ਮਗਰੋਂ ਕ੍ਰੇਨ ਚਾਲਕ ਫਰਾਰ, ਜਿਸ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਰਾਏਕੋਟ ਵਿਖੇ ਬੈਂਕ ਕੰਪਲੈਕਸ ਦੇ ਅੱਗੇ ਇੱਕ ਦੁਕਾਨਦਾਰ ਦੇ ਵੱਲੋਂ ਆਪਣੀ ਬਿਲਡਿੰਗ ਦੀ ਛੱਤ ਉੱਪਰ ਲਗਾਏ ਜਾ ਰਹੇ ਮੋਬਾਈਲ ਟਾਵਰ ਨੂੰ ਲੈ ਕੇ ਲੋਕਾਂ ਦੇ ਵੱਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸੰਬੰਧੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਦੁਕਾਨਾਂ ਅਤੇ ਘਰਾਂ ਦੇ ਨਜ਼ਦੀਕ ਨਜਾਇਜ਼ ਤੌਰ ਤੇ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਉਹਨਾਂ ਰਾਏਕੋਟ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਮੋਬਾਈਲ ਟਾਵਰ ਹਟਾਉਣ ਦੀ ਮੰਗ ਕੀਤੀ। ਦੂਜੇ ਪਾਸੇ ਬਿਲਡਿੰਗ ਮਾਲਕ ਦਾ ਕਹਿਣਾ ਹੈ ਕਿ ਸਾਰੇ ਸਰਕਾਰੀ ਨਿਯਮਾਂ ਦੇ ਤਹਿਤ ਇਹ ਮੋਬਾਈਲ ਟਾਵਰ ਲਗਾਉਣ ਦੀ ਉਸ ਨੂੰ ਮਨਜ਼ੂਰੀ ਮਿਲੀ ਹੋਈ ਹੈ। ਮੇਰਾ ਨਾਮ ਭਗਵੰਤ ਸਿੰਘ ਹੈ ਜੀ। ਇਹ ਮੇਰਾ ਰਹਿਸੀ ਮਕਾਨ ਆ, ਉੱਪਰ ਥੱਲੇ ਦੁਕਾਨਾਂ ਉੱਪਰ ਮਕਾਨ ਹੈ ਜੀ। ਸਾਡੇ 2 ਛੋਟੇ ਬੱਚੇ ਆ, ਇੱਕ ਸਾਡੀ ਮਾਤਾ ਬਜ਼ੁਰਗ ਹੈ ਜੀ, ਤੇ ਇਸ ਕਰਕੇ ਸਾਨੂੰ ਇਹ ਟਾਵਰ ਜਿਹੜਾ ਲੱਗਣ ਲੱਗਿਆ ਜੀ ਉਦੋਂ ਬਹੁਤ ਵੱਡੀ ਪ੍ਰੋਬਲਮ ਆ ਜੀ। ਆਉਣ ਵਾਲੇ ਸਮੇਂ ਵਿੱਚ ਇਹਦਾ ਨੁਕਸਾਨ ਹੈ ਜੀ ਬੱਚਿਆਂ ਨੂੰ ਵੀ ਤੇ ਮਾਤਾ ਨੂੰ ਵੀ। ਇਸ ਕਰਕੇ ਸਾਡੀ ਮੰਗ ਇਹ ਹੈ ਪ੍ਰਸ਼ਾਸਨ ਅੱਗੇ ਵੀ ਇਹ ਲੱਗਣ ਨਾ ਦਿੱਤਾ ਜਾਵੇ ਜੀ। ਇਹ ਕੌਣ ਲਵਾ ਰਿਹਾ? ਇਹ ਜੀ ਹਰਵਿੰਦਰ ਸਿੰਘ ਧਾਲੀਵਾਲ ਜੀ। ਹਾਂਜੀ ਇਹ ਉਹਨਾਂ ਦੀ ਬਿਲਡਿੰਗ ਆ। ਸਾਤੋਂ ਕੋਈ ਉਹਨਾਂ ਨੇ ਪਰਮਿਸ਼ਨ ਨਹੀਂ ਲਈ, ਸਾਨੂੰ ਕੋਈ ਪੁੱਛਿਆ ਨਹੀਂ ਜੀ। ਸਭ ਤੋਂ ਬਿਨਾਂ ਪੁੱਛੇ ਕੰਮ ਹੋ ਰਿਹਾ। ਅਸੀਂ ਰੋਕਿਆ ਸੀਗਾ ਜੀ, ਇਹਨਾਂ ਕੋਲ ਸੁਨੇਹਾ ਭੇਜਿਆ ਸੀ ਵੀ ਜੇ ਇੱਦਾਂ ਦਾ ਕੰਮ ਕਰ ਰਹੇ ਤਾਂ ਨਾ ਲਵਾਓ। ਇਹ ਕਹਿੰਦੇ ਕੋਈ ਨਹੀਂ ਜੀ, ਛੋਟਾ ਜਿਹਾ ਟਾਵਰ ਹੈ ਤਾਂ ਕੋਈ ਨੁਕਸਾਨ ਨਹੀਂ ਹੁੰਦਾ। ਪਰ ਜਦੋਂ ਸਾਨੂੰ ਅੱਜ ਸਮਾਨ ਸੀਵਰੇਜ ਗੱਡੀ ਪਹੁੰਚ ਗਈ, ਸਾਨੂੰ ਉਦੋਂ ਪਤਾ ਲੱਗਿਆ ਵੀ ਇਹ ਟਾਵਰ ਹੀ ਲੱਗ ਰਿਹਾ। ਸਮਾਨ ਆ ਕੇ ਤੁਹਾਡੇ ਸਾਹਮਣੇ ਕੰਮ ਚੱਲੀ ਜਾਂਦਾ ਜੀ, ਉੱਪਰ ਅੱਡਾ ਬਣ ਰਿਹਾ ਟਾਵਰ ਦਾ ਜੀ। ਨਹੀਂ ਜੀ, ਟਾਵਰ ਜਿਹੜਾ ਲੱਗ ਰਿਹਾ ਮੇਰੀ ਆਪਦੀ ਜਗ੍ਹਾ ਤੇ ਲੱਗ ਰਿਹਾ। ਸਰਕਾਰ ਦੀਆਂ ਜਿਵੇਂ ਹਦਾਇਤਾਂ ਨੇ ਉਹਦੇ ਹਿਸਾਬ ਨਾਲ ਲਾ ਰਹੇ ਹਾਂ ਜੀ। ਸਾਰੀ ਕਰਕੇ ਕਾਰਵਾਈ ਫਿਰ ਲੱਗ ਰਿਹਾ ਜੀ, ਇੱਦਾਂ ਕਿਸੇ ਨੂੰ ਨਹੀਂ ਲਾ ਰਹੇ, ਧੱਕੇ ਨਾਲ ਕੁਛ ਨਹੀਂ ਲਾ ਰਹੇ। ਸਾਰੀਆਂ ਮਨਜ਼ੂਰੀਆਂ ਲੈ ਕੇ ਫਿਰ ਲੱਗ ਰਿਹਾ ਜੀ। ਲੋਕ ਇਤਰਾਜ਼ ਕਰਦੇ ਆ ਜੀ। ਜੇ ਕਿਸੇ ਨੂੰ ਪ੍ਰੋਬਲਮ ਆ ਤਾਂ ਕੋਈ ਆਪਦਾ ਦੇਣ ਸਬੂਤ ਵੀ ਆ, ਸਾਨੂੰ ਹੈਲਥ ਦੀ ਪ੍ਰੋਬਲਮ ਆ, ਡਾਕਟਰ ਤੋਂ ਲਿਖਾ ਕੇ ਦੇ ਦੇਣ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵਿੱਚ ਹੋਰ ਟੈਂਡਰ ਟਰਾਂਸਪੋਰਟ ਘੁਟਾਲੇ ਦੀ ਸ਼ਿਕਾਇਤ ਕਰਨ ਵਾਲੇ ਨਵਾਂ ਸ਼ਹਿਰ ਦੇ ਗੁਰਪ੍ਰੀਤ ਸਿੰਘ ਦਾ ਆਰੋਪ ਹੈ ਕਿ ਜਦੋਂ ਉਹ ਲੁਧਿਆਣਾ ਵਿਜੀਲੈਂਸ ਦਫ਼ਤਰ ਦੇ ਬਾਹਰ ਗਿਆ ਤਾਂ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਕੌਂਸਲਰ ਸਨੀ ਪੱਲਾ ਦੇ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ, ਜਿਸ ਦੀ ਸ਼ਿਕਾਇਤ ਹੁਣ ਪ੍ਰਸ਼ਾਸਨ ਨੂੰ ਕੀਤੀ ਗਈ ਹੈ। ਸਿੰਘ ਜੀ, ਅਸੀਂ ਮੰਡੀਆਂ ਦੇ ਲੇਬਰ ਤੇ ਟਰਾਂਸਪੋਰਟ ਦੇ ਠੇਕੇਦਾਰ, ਅਸੀਂ ਸਾਰੇ ਉਸੇ ਕੰਮ ਨਾਲ ਸੰਬੰਧਿਤ ਇਕੱਠੇ ਹੋਏ ਹਾਂ। ਜੋ ਪਰਸੋਂ ਅਸੀਂ ਸ਼ਾਂਤੀਪ੍ਰਿय ਢੰਗ ਨਾਲ ਵਿਜੀਲੈਂਸ ਦਫ਼ਤਰ ਦੇ ਬਾਹਰ ਖੜੇ ਸੀ, ਕਿਉਂਕਿ ਸਾਨੂੰ ਇਨਵੈਸਟੀਗੇਸ਼ਨ ਲਈ ਬਾਰ-ਬਾਰ ਬੁਲਾਇਆ ਜਾਂਦਾ ਤੇ ਉਸ ਜਾਣ ਕਰਕੇ ਅਸੀਂ ਉੱਥੇ ਖੜੇ ਸੀ। ਜਦੋਂ ਮੈਂ ਖੜਾ ਸੀ, ਮੇਰੇ ਕੋਲੋਂ ਸਨੀ ਪੱਲਾ ਕੁਝ ਸਾਥੀਆਂ ਨਾਲ ਨਿਕਲਦਾ ਤੇ ਕਹਿੰਦਾ ਇੱਥੇ ਕਬਰ ਪੱਟਣੀ ਆ। ਮੈਂ ਇਸ ਗੱਲ ਨੂੰ ਫਿਰ ਇਗਨੋਰ ਕਰਦਾ। ਉਹ ਮੈਨੂੰ ਕ੍ਰਾਸ ਕਰਦੇ ਪਿੱਛੇ ਮੂੰਹ ਕਰਕੇ ਮੇਰੇ ਵੱਲ ਅੱਖਾਂ ਚੱਖਾਂ ਪਾ ਕੇ
3-4 ਸੈਕਿੰਡ ਦਿਖਦਾ। ਮੈਂ ਇਹ ਨਹੀਂ ਕਹਿੰਦਾ, ਮੈਂ ਵੀ ਦੇਖਿਆ, ਮੈਂ ਫਿਰ ਵੀ ਇਗਨੋਰ ਕੀਤਾ। ਉਸ ਤੋਂ ਮੇਰੇ ਅੰਦਾਜ਼ੇ ਨਾਲ 2-2.5 ਘੰਟੇ ਬਾਅਦ ਦੀ ਗੱਲ ਹੋਣੀ ਹੈ। ਸਨੀ ਪੱਲਾ ਅਸੀਂ ਬਾਹਰ ਸਾਰੇ ਫੇਰ ਖੜੇ ਸੀਗੇ ਤੇ ਕ੍ਰਾਸ ਕਰਕੇ ਨਿਕਲ ਕੇ ਜਾਂਦਾ ਤੇ ਉਹ ਦੁਬਾਰਾ ਜਿੱਧਰ ਨੂੰ ਕਾਂਗਰਸ ਨੇ ਆਪਣਾ ਧਰਨਾ ਲਾਇਆ ਪਾਰਕ ਵਾਲੀ ਸਾਈਡ ਨੂੰ ਮੁੜਦਾ ਤੇ ਉੱਥੇ ਜਾ ਕੇ ਲੰਬੀ ਇਦਾਂ ਬਾਂਹ ਕਰਕੇ ਉਂਗਲੀ ਕੱਢ ਕੇ ਮੇਰੇ ਵੱਲ ਨੂੰ ਇਸ਼ਾਰਾ ਕਰਕੇ ਇਦਾਂ ਕਰਦਾ। ਇਹਦਾ ਮਤਲਬ ਹੈ ਵੀ ਤੈਨੂੰ ਦੇਖ ਲਾਂਗੇ। ਫਿਰ ਮੈਂ ਉੱਥੇ ਮੈਨੂੰ ਮਹਿਸੂਸ ਹੋਇਆ ਤੇ ਮੈਂ ਗੁੱਸੇ 'ਚ ਆ ਕੇ ਆਵਾਜ਼ ਮਾਰੀ ਵੀ ਓਏ ਤੂੰ ਕੌਣ ਹੈ, ਦੱਸ ਤੈਨੂੰ ਕੀ ਤਕਲੀਫ ਹੈ। ਫਿਰ ਉਹ ਤੁਰ ਕੇ ਆਏ, ਕੁਛ ਹੋਰ ਆਗੇ ਭੱਜ ਕੇ ਤੇ ਉੱਥੇ ਸਾਡੀ ਥੋੜੀ ਬਹਿਸ ਵਸਾਈ ਹੋਈ। ਇਹ ਸਾਰਾ ਘਟਨਾਕ੍ਰਮ ਮੈਂ ਪ੍ਰਸ਼ਾਸਨ ਦੇ ਨਜ਼ਰ ਵਿੱਚ ਲਿਆਉਣਾ ਚਾਹੁੰਦਾ ਸੀ ਕਿਉਂਕਿ ਇਹ ਸ਼ਰਾਰਤੀ ਤੱਤਵ ਨੇ, ਇਸ ਦਾ ਕੋਈ ਵੀ ਮਿਸਯੂਜ਼ ਕਰਕੇ ਇਹ ਕੋਈ ਨਜਾਇਜ਼ ਫਾਇਦਾ ਲੈਣਾ ਚਾਹਣਗੇ ਜਿਸ ਨੂੰ ਅਸੀਂ ਕਦੇ ਵੀ ਨਹੀਂ ਲੈਣ ਦੇਵਾਂਗੇ। ਅਸੀਂ ਇਹ ਸਾਰੇ ਘਟਨਾਕ੍ਰਮ ਦੱਸਿਆ। ਦੂਸਰਾ ਇਨਸੀਡੈਂਟ ਇਹ ਹੈ ਵੀ ਕਾਂਗਰਸ ਨੇ ਉੱਥੇ ਧਰਨਾ ਲਾਇਆ ਹੈ ਜੋ ਕਿ ਬੜੀ ਮੰਦਭਾਗੀ ਗੱਲ ਹੈ। ਤੇ ਉਧਰ ਬੱਚਿਆਂ ਨੂੰ ਨਵੀਂ ਸੇਧ ਦੇਣ ਦੇ ਲਈ ਸਕੂਲ ਪ੍ਰਬੰਧਕਾਂ ਦੇ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣ ਦਾ ਸਿਲਸਿਲਾ ਜਾਰੀ ਹੈ। ਜਗਰਾਉਂ ਦੀ ਗੱਲ ਕਰੀਏ ਤੇ ਇੱਥੋਂ ਦੇ ਪਿੰਡ ਲੀਲਾ ਦੇ ਵਿੱਚ ਵੀ ਕਨਵੈਂਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਇੱਕ ਵਿਸ਼ੇਸ਼ ਪ੍ਰਦਰਸ਼ਨ ਲਗਾਈ ਕਿ ਜਿਸ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਕਾਫੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬੱਚਿਆਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਤੇ ਚਾਰਟ ਤਿਆਰ ਕਰਦਿਆਂ ਹੋਇਆਂ ਸਮਾਜ ਨੂੰ ਸੰਦੇਸ਼ ਵੀ ਦਿੱਤੇ ਗਏ ਨੇ। So today we are having the science exhibition and other subjects exhibition here in our school. So today we are going to explain the models prepared by us. और क्या क्या इसमें बनाया एग्जीबिशन में? So we have made some digestive system projects, some like we are going to test acid basis and we are going to show the solar eclipse and the linear eclipse. Today in Blossoms Convent School we are having ATM with exhibition. So as you all know that with studies we also have to do some practicals like solar eclipse, telescopes, digestive systems, and this exhibition is about science and other subjects as well. आज हमारे स्कूल में एग्जीबिशन है। इसमें कई तरह के मॉडल्स जो बच्चों के द्वारा बनाए गए हैं जैसे कि किडनी, डाइजेस्टिव सिस्टम, लिफ्ट और अनदर और भी मॉडल हैं जो और बच्चों के द्वारा बनाए गए हैं। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ट्रांसपोर्ट टेंडर घोटाले ਨੂੰ ਲੈ ਕੇ ਸਾਬਕਾ ਮੰਤਰੀ ਭਰਤਭੂਸ਼ਣ ਆਸ਼ੂ ਦੀ ਪੇਸ਼ੀ ਲੁਧਿਆਣਾ ਅਦਾਲਤ ਨੇ ਮੁੜ ਆਸ਼ੂ ਨੂੰ ਭੇਜਿਆ 2 ਦਿਨਾਂ ਰਿਮਾਂਡ ਤੇ। ਵਿਜੀਲੈਂਸ ਨੇ ਆਸ਼ੂ ਦੇ ਕਰੀਬੀਆਂ ਨੂੰ ਭੇਜਿਆ ਨੋਟਿਸ। ਮੇਅਰ ਬਲਕਾਰ ਸਿੰਘ ਸੰਧੂ ਵਿਜੀਲੈਂਸ ਅੱਗੇ ਹੋਏ ਪੇਸ਼। ਭਰਤਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸੀਆਂ ਦਾ ਧਰਨਾ ਜਾਰੀ। ਰਾਜਾ ਵੜਿੰਗ ਸਮੇਤ ਹੋਰ ਆਗੂ ਰਹੇ ਮੌਜੂਦ। ਮਾਨ ਸਰਕਾਰ ਤੇ ਲਾਏ ਸਿਆਸੀ ਬਦਲਾਖੋਰੀ ਦੇ ਇਲਜ਼ਾਮ। फर्जी चैक के राही कारोबारी ਨੂੰ ਚੂਨਾ ਲਗਾਉਣ ਵਾਲਾ ਸ਼ਾਤਰ ਮੁਲਜ਼ਮ ਕਾਬੂ। ਮਾਲ ਦਾ ਆਰਡਰ ਦੇ ਕੇ ਕਾਰੋਬਾਰੀ ਨਾਲ ਕਰਦਾ ਸੀ ਧੋਖਾਧੜੀ। ਲੁਧਿਆਣਾ ਕੇਂਦਰੀ ਜੇਲ੍ਹ ਪ੍ਰਸ਼ਾਸਨ ਤੇ ਉੱਠੇ ਸਵਾਲ। ਕੈਦੀ ਨੇ ਲਾਏ ਕੁੱਟਮਾਰ ਦੇ ਇਲਜ਼ਾਮ। ਸੱਟ ਲੱਗਣ ਦੇ 7 ਦਿਨ ਬਾਅਦ ਇਲਾਜ ਲਈ ਲਿਆਂਦਾ ਗਿਆ ਹਸਪਤਾਲ। ਲਿੰਪੀ ਸਕਿਨ ਦਾ ਕਹਿਰ ਜਾਰੀ। ਸਮਰਾ ਦੇ ਪਿੰਡ ਹੀੜੀਆਂ ਦੇ ਵਿੱਚ 4 ਇਨਾਮੀ ਬਲਦਾਂ ਦੀ ਹੋਈ ਮੌਤ। ਕੀਤੀ ਗਈ ਅੰਤਿਮ ਅਰਦਾਸ। ਸਰਕਾਰ ਤੋਂ ਲਿੰਪੀ ਸਕਿਨ ਦੀ ਰੋਕਥਾਮ ਲਈ ਮਦਦ ਦੀ ਅਪੀਲ। ਰਾਏਕੋਟ ਦੇ ਰਹਾਇਸ਼ੀ ਇਲਾਕੇ 'ਚ ਮੋਬਾਈਲ ਟਾਵਰ ਦਾ ਵਿਰੋਧ। ਟਾਵਰ ਕਰਕੇ ਸਿਹਤ ਤੇ ਪੈ ਰਿਹਾ ਬੁਰਾ ਅਸਰ। ਲੋਕਾਂ ਦੇ ਵੱਲੋਂ ਟਾਵਰ ਹਟਾਉਣ ਦੀ ਕੀਤੀ ਗਈ ਮੰਗ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fast.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fast.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਦਿਓ ਇਜਾਜ਼ਤ। ਧੰਨਵਾਦ।